ਚਲੋ ਜੀ ਅੱਜ ਆਪਾਂ ਕਰਦੇ ਹਾਂ ਅਕਾਊਂਟਿੰਗ ਦੇ ਮੋਸਟ ਇੰਪੋਰਟੈਂਟ MCQ ਜੀ। ਸੋ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਇਹ ਜੀ ਦਿੱਲੀ ਐਡਵਾਂਸ ਇੰਸਟੀਚਿਊਟ ਆਫ ਸਟੱਡੀ ਹੈ ਜਿਹੜਾ ਉਹਨੇ ਰਿਸਰਚ ਕਰਕੇ ਪਬਲਿਸ਼ ਕੀਤੇ ਸੀਗੇ ਜੀ। ਇਹ ਮੋਸਟ ਇੰਪੋਰਟੈਂਟ MCQ ਹੈ ਜੀ। ਤੁਹਾਡੇ ਪੇਪਰਾਂ ਦੇ ਵਿੱਚ ਇੱਥੋਂ ਹੀ ਘੁੰਮ ਫਿਰ ਕੇ MCQ ਆਉਣੇ ਆ ਜੀ। ਸੋ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਇਨ ਅਕਾਊਂਟਿੰਗ ਬਿਕਮਿੰਗ ਆਊਟ ਆਫ ਡੇਟ ਔਰ ਔਬਸੋਲਿਊਟ ਇਜ਼ ਨਾਉਨ ਐਜ਼। ਅਕਾਊਂਟਿੰਗ ਦੇ ਵਿੱਚ ਜਿਹੜੀ ਆਊਟ ਆਫ ਡੇਟ ਹੁੰਦੀ ਹੈਗੀ ਹੋ ਜਾਂਦੀ ਹੈ ਜਦੋਂ ਉਹਨੂੰ ਕੀ ਕਿਹਾ ਜਾਂਦਾ ਜੀ, ਤਾਂ ਇਹਦਾ ਆਨਸਰ ਹੈ ਜੀ ਬੀ, ਉਹਨੂੰ ਔਬਸੋਲੈਂਸ ਕਿਹਾ ਜਾਂਦਾ ਜੀ। ਨੈਕਸਟ ਚੱਲਦੇ ਹਾਂ ਜੀ। ਹਾਊ ਡੂ ਵੀ ਡਿਸਕ੍ਰਾਈਬ ਦਾ ਪ੍ਰੋਸੈਸ ਆਫ ਐਡਜਸਟਿੰਗ ਦਾ ਵੈਲਿਊ ਆਫ ਐਨ ਐਸੈਟ ਬਾਏ ਰਿਕੋਗਨਾਈਜ਼ਿੰਗ ਦੈਟ ਇਟ ਇਜ਼ ਕੰਜ਼ਿਊਮਡ ਇਨ ਅ ਵੇ ਦੈਟ ਡਜ਼ ਨਾਟ ਕੰਪਲੀਟਲੀ ਐਲੀਮੀਨੇਟ ਦਾ ਰਿਸੋਰਸ। ਦੱਸੋ ਜੀ, ਐਡਜਸਟਮੈਂਟ ਹੋ ਸਕਦਾ ਜੀ? ਨਹੀਂ ਜੀ, ਬਿਲਕੁਲ ਐਡਜਸਟਮੈਂਟ ਨਹੀਂ ਹੋ ਸਕਦਾ ਜੀ, ਕਿਉਂਕਿ ਕੰਪਲੀਟਲੀ ਐਲੀਮੀਨੇਟ ਹੋ ਜਾਂਦਾ ਜੀ। ਵੈਲਿਊਏਸ਼ਨ ਹੋ ਸਕਦਾ ਜੀ? ਨਹੀਂ, ਵੈਲਿਊਏਸ਼ਨ ਵੀ ਨਹੀਂ ਹੋ ਸਕਦਾ। ਡੈਪਰੀਸ਼ੀਏਸ਼ਨ ਜੀ, ਬਿਲਕੁਲ ਡੈਪਰੀਸ਼ੀਏਸ਼ਨ ਹੋ ਸਕਦਾ ਜੀ। ਡੈਪਰੀਸ਼ੀਏਸ਼ਨ ਹੋ ਨਹੀਂ ਸਕਦਾ ਜੀ, ਡੈਪਰੀਸ਼ੀਏਸ਼ਨ ਹੀ ਹੈ। ਸਹੀ ਦਾ ਆਨਸਰ ਹੈ ਸੀ। ਨੈਕਸਟ ਚੱਲਦੇ ਹਾਂ ਜੀ ਆਪਾਂ। ਇਫ ਦਾ ਐਸਟੀਮੇਟਡ ਅਮਾਊਂਟ ਆਫ ਡੈਪਰੀਸ਼ੀਏਸ਼ਨ ਆਫ ਐਨ ਇਕਵਿਪਮੈਂਟ ਫॉर ਪੀਰੀਅਡ ਇਜ਼ ਰੈਸ 2000 ਦਾ ਐਡਜਸਟਿੰਗ ਐਂਟਰੀ ਟੂ ਰਿਕਾਰਡ ਡੈਪਰੀਸ਼ੀਏਸ਼ਨ ਵੁੱਡ ਬੀ। ਜੇ ਇੱਕ ਐਸਟੀਮੇਟ ਪੀਰੀਅਡ ਦੇ ਵਿੱਚ ਜਿਹੜੀ ਡੈਪਰੀਸ਼ੀਏਸ਼ਨ ਦੀ ਵੈਲਿਊ ਹੈਗੀ ਉਹ 2000 ਰੁਪਈਆ 2000 ਰੁਪਏ ਦੀ ਡੈਪਰੀਸ਼ੀਏਸ਼ਨ ਜਿਹੜੀ ਲੱਗੀ ਆ ਇੱਕ ਮਸ਼ੀਨਰੀ 'ਤੇ, ਤਾਂ ਉਹਨੂੰ ਆਪਾਂ ਐਂਟਰੀ ਦੇ ਵਿੱਚ ਕਿਵੇਂ ਰਿਕਾਰਡ ਕਰਾਂਗੇ? ਆਪਸ਼ਨਸ ਨੇ ਜੀ। ਇਹ ਡੈਬਟ ਡੈਪਰੀਸ਼ੀਏਸ਼ਨ ਐਕਸਪੈਂਸ, ਜਿਹੜਾ ਡੈਪਰੀਸ਼ੀਏਸ਼ਨ ਐਕਸਪੈਂਸ ਆ ਉਹਨੂੰ ਡੈਬਟ ਕਰ ਦਾਂਗੇ ਅਤੇ ਕ੍ਰੈਡਿਟ ਕਰ ਦਾਂਗੇ ਅਕੂਮੂਲੇਟਡ ਡੈਪਰੀਸ਼ੀਏਸ਼ਨ। ਜੀ ਬਿਲਕੁਲ ਸਹੀ, ਇਹੀ ਆਨਸਰ ਹੈ ਜੀ, ਇਹ ਆਨਸਰ ਹੈ ਜੀ ਆਪਣਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਵਿਚ ਵਨ ਆਫ ਦਾ ਫਲੋਇੰਗ ਮੋਸਟ ਕਲੋਜ਼ਲੀ ਡਿਫਾਈਨ ਅਮੋਰਟਾਈਜੇਸ਼ਨ। ਆ ਜਾਓ ਜੀ। ਆਪਸ਼ਨਸ ਨੇ ਜੀ। ਦਾ ਡੈਪਰੀਸ਼ੀਏਸ਼ਨ ਆਫ ਟੈਂਜੀਬਲ ਫਿਕਸਡ ਐਸਟ, ਦਾ ਡੈਪਰੀਸ਼ੀਏਸ਼ਨ ਆਫ ਇੰਟੈਂਜੀਬਲ ਫਿਕਸਡ ਐਸਟ, ਦਾ ਡੈਪਰੀਸ਼ੀਏਸ਼ਨ ਆਫ ਕਰੰਟ ਐਸੈਟਸ, ਦਾ ਰੀਵੈਲਿਊਏਸ਼ਨ ਆਫ ਲੈਂਡ ਐਂਡ ਬਿਲਡਿੰਗ। ਇਹਦਾ ਆਨਸਰ ਹੈ ਜੀ ਬੀ, ਦਾ ਡੈਪਰੀਸ਼ੀਏਸ਼ਨ ਆਫ ਇੰਟੈਂਜੀਬਲ ਐਸੈਟ। ਜਿਹੜੀਆਂ ਇੰਟੈਂਜੀਬਲ ਫਿਕਸ ਐਸਟ ਹੁੰਦੀਆਂ ਉਹ 'ਤੇ ਜਿਹੜੀ ਡੈਪਰੀਸ਼ੀਏਸ਼ਨ ਲੱਗਦੀ ਆ ਉਹਨੂੰ ਕਿਹਾ ਜਾਂਦਾ ਜੀ ਅਮੋਰਟਾਈਜੇਸ਼ਨ। ਨੈਕਸਟ ਚੱਲਦੇ ਹਾਂ ਜੀ ਆਪਾਂ। ਬੁੱਕ ਵੈਲਿਊ ਇਕੁਅਲ ਟੂ ਕਾਸਟ ਮਾਈਨਸ। ਬੁੱਕ ਵੈਲਿਊ ਕਿਹਦੇ ਇਕੁਅਲ ਹੁੰਦਾ ਜੀ? ਕਾਸਟ ਨੂੰ ਕਾਹਦੇ 'ਚੋਂ ਮਾਈਨਸ ਕਰਨਾ ਪੈਂਦਾ? ਕਰੰਟ ਲਾਇਬਿਲਟੀਜ਼ 'ਚੋਂ, ਸੈਲਵੇਜ ਵੈਲਿਊ 'ਚੋਂ, ਅਕੂਮੂਲੇਟ ਡੈਪਰੀਸ਼ੀਏਸ਼ਨ 'ਚੋਂ, ਜਾਂ ਰੈਸੀਡੂਅਲ ਵੈਲਿਊ 'ਚੋਂ ਜੀ। ਦੱਸੋ ਜੀ। ਸੋ ਇਹਦਾ ਆਨਸਰ ਹੈ ਜੀ ਸੀ, ਅਕੂਮੂਲੇਟ ਡੈਪਰੀਸ਼ੀਏਸ਼ਨ। ਜਿਹੜੀ ਅਕੂਮੂਲੇਟਡ ਡੈਪਰੀਸ਼ੀਏਸ਼ਨ ਹੁੰਦੀ ਹੈ ਜੀ ਉਹਦੇ ਵਿੱਚੋਂ ਕਾਸਟ ਨੂੰ ਘਟਾ ਦਿੱਤਾ ਜਾਂਦਾ, ਬੁੱਕ ਵੈਲਿਊ ਦੇ ਇਕੁਅਲ ਦੱਸਿਆ ਜਾਂਦਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਵਟ ਇਜ਼ ਪ੍ਰੋਸੈਸ ਕਾਲਡ ਵੇਅਰ ਕਾਸਟਸ ਆਫ ਨੈਚੁਰਲ ਰਿਸੋਰਸਿਸ ਆਰ ਅਲੋਕੇਟਡ ਓਵਰ ਇਟਸ ਯੂਜ਼ਫੁਲ ਲਾਈਫ। ਇਹਦਾ ਆਨਸਰ ਹੈ ਜੀ ਬੀ, ਡੈਪਲੇਸ਼ਨ। ਨੈਕਸਟ ਚੱਲਦੇ ਜੀ ਆਪਾਂ। ਅ ਕੰਪਨੀ ਹੈਜ਼ ਡੈਸ਼ ਸੈਪਰੇਟ ਲੀਗਲ ਆਈਡੈਂਟੀਟੀ। ਕੀ ਕੰਪਨੀ ਦੀ ਸੈਪਰੇਟ ਲੀਗਲ ਆਈਡੈਂਟੀਟੀ ਹੁੰਦੀ ਆ? ਜੈਸ ਜੀ, ਹਾਂਜੀ ਬਿਲਕੁਲ ਹੁੰਦੀ ਆ। ਪਰਪੈਕਚੁਅਲ ਐਗਜ਼ਿਸਟੈਂਸ ਹੁੰਦੀ ਹੈ ਜੀ, ਹਾਂਜੀ ਬਿਲਕੁਲ ਹੁੰਦੀ ਆ। ਕਿ ਜਿਹੜੀ ਲਾਇਬਿਲਿਟੀ ਆ ਉਹ ਲਿਮਟਿਡ ਹੁੰਦੀ ਆ, ਜੀ ਬਿਲਕੁਲ ਇਹ ਵੀ ਹੁੰਦੀ ਆ। ਸੋ ਇਹਦਾ ਆਨਸਰ ਆ ਗਿਆ ਜੀ ਡੀ, ਆਲ ਆਫ ਅਬਵ। ਸਾਰੀਆਂ ਆਪਸ਼ਨਸ ਨੇ ਜਿਹੜੀਆਂ ਸਹੀ ਨੇ ਜੀ। ਨੈਕਸਟ ਚੱਲਦੇ ਜੀ ਆਪਾਂ। ਸ਼ੇਅਰ ਹੋਲਡਰਸ ਆਰ ਕਸਟਮਰ ਆਫ ਕੰਪਨੀ। ਕੀ ਕੰਪਨੀ ਦੇ ਕਸਟਮਰ ਹੁੰਦੇ ਆ? ਬਿਲਕੁਲ ਨਹੀਂ ਜੀ। ਓਨਰ ਆਫ ਕੰਪਨੀ, ਜੀ ਬਿਲਕੁਲ ਓਨਰ ਹੀ ਹੁੰਦੇ ਆ ਉਹ ਕੰਪਨੀ ਦੇ। ਨੈਕਸਟ ਚੱਲਦੇ ਹਾਂ ਜੀ। ਹੂ ਆਰ ਦਾ ਓਰਲ ਓਨਰ ਆਫ ਕੰਪਨੀ। ਕੰਪਨੀ ਦੇ ਓਰਲ ਓਨਰ ਕੌਣ ਹੁੰਦੇ ਆ? ਇਕੁਇਟੀ ਸ਼ੇਅਰ ਹੋਲਡਰਸ ਹੁੰਦੇ ਆ ਜੀ। ਆਪਾਂ ਉੱਪਰ ਵੀ ਪੜ੍ਹ ਕੇ MCQ ਦੇ ਵਿੱਚ। ਨੈਕਸਟ ਚੱਲਦੇ ਜੀ ਆਪਾਂ। ਅ ਕੰਪਨੀ ਇਜ਼ ਕ੍ਰੀਏਟਡ ਬਾਈ ਕੰਪਨੀ ਇਜ਼ ਕ੍ਰੀਏਟਡ ਬਾਈ ਕੰਪਨੀ ਕਿਹਦੇ ਦੁਆਰਾ ਕ੍ਰੀਏਟ ਕੀਤੀ ਗਈ ਹੈ ਜੀ? ਇਹਦਾ ਆਨਸਰ ਹੈ ਜੀ ਬੀ, ਜਿਹੜਾ ਕੰਪਨੀ ਐਕਟ ਹੈ ਜੀ 2013 ਦੇ ਵਿੱਚ। 2013 ਦੇ ਵਿੱਚ ਕੰਪਨੀ ਐਕਟ ਹੈ ਜੀ ਜਿਹੜਾ, ਉਹਦੇ ਅਕੋਰਡਿੰਗ ਕੰਪਨੀ ਹੁਣ ਬਣਦੀ ਹੈ ਜੀ। ਨੈਕਸਟ ਚੱਲਦੇ ਹਾਂ ਜੀ। ਐਨ ਆਰਟੀਫਿਸ਼ੀਅਲ ਪਰਸਨ ਕ੍ਰੀਏਟਡ ਬਾਏ ਅ ਲਾਇਜ਼।
ਦੇਖੋ ਜੀ, ਸੋਲ ਟ੍ਰੇਡਰਸ਼ਿਪ ਨੋ ਜੀ, ਬਿਲਕੁਲ ਇਹ ਨਹੀਂ ਹੋ ਸਕਦਾ। ਪਾਰਟਨਰਸ਼ਿਪ ਫਰਮ ਨੋ ਜੀ, ਨੋ। ਕੰਪਨੀ ਯੈਸ, ਇਹ ਕੰਪਨੀ ਦੀ ਡੈਫੀਨੇਸ਼ਨ ਹੈ ਜੀ। ਇੱਕ ਟਾਈਮ 'ਤੇ ਜਦੋਂ ਤੁਸੀਂ ਡੈਫੀਨੇਸ਼ਨ ਲਿਖਣੀ ਹੋਵੇ ਕਈ ਵਾਰੀ ਛੋਟੇ ਸ਼ਬਦਾਂ ਦੇ ਵਿੱਚ ਇੱਕ ਵਰਡ ਦੇ ਵਿੱਚ, ਤਾਂ ਆਪਾਂ ਲਿਖ ਸਕਦੇ ਹਾਂ ਐਨ ਆਰਟੀਫਿਸ਼ੀਅਲ ਪਰਸਨ ਕ੍ਰੀਏਟਡ ਬਾਏ ਲਾ ਇਜ਼ ਕਾਲਡ ਕੰਪਨੀ। ਨੈਕਸਟ ਚੱਲਦੇ ਜੀ ਆਪਾਂ, ਦਾ ਲੈਬਿਲਿਟੀ ਆਫ ਮੈਂਬਰਸ ਇਨ ਅ ਕੰਪਨੀ। ਜਿਹੜੀ ਕੰਪਨੀ ਦੇ ਵਿੱਚ ਮੈਂਬਰਸ ਦੀ ਲੈਬਿਲਿਟੀ ਹੁੰਦੀ ਆ, ਆਪਾਂ ਉੱਪਰ ਵੀ ਪੜ੍ਹ ਕੇ ਆਏ ਜੀ, ਇਹ ਲਿਮਟਿਡ ਹੁੰਦੀ ਹੈ ਜੀ। ਇਹਦਾ ਆਨਸਰ ਹੈ ਜੀ ਏ। ਨੈਕਸਟ ਚੱਲਦੇ ਜੀ, ਲੈਬਿਲਿਟੀ ਆਫ ਅ ਸ਼ੇਅਰ ਹੋਲਡਰ ਇਜ਼ ਲਿਮਟਿਡ ਟੂ ਡੈਸ਼ ਆਫ ਦਾ ਸ਼ੇਅਰਸ ਅਲੋਕੇਟਡ ਟੂ ਹਿਮ। ਜਿਹੜੀ ਸ਼ੇਅਰ ਹੋਲਡਰ ਦੀ ਲੈਬਿਲਿਟੀ ਹੁੰਦੀ ਹੈ ਜੀ, ਉਹ ਲਿਮਟਿਡ ਹੁੰਦੀ ਹੈਗੀ। ਕਿਹਦੇ ਵਿੱਚ ਹੁੰਦੀ ਹੈ ਜੀ? ਕਾਲਡ ਅਪ ਜੀ। ਜਿਹੜੀ ਕਾਲਡ ਅਪ ਵੈਲਿਊ ਹੁੰਦੀ ਆ, ਆਪਾਂ ਪਹਿਲਾਂ ਇਹਦੇ ਵਿੱਚ ਕਾਲ ਕਰਦੇ ਹਾਂ ਜੀ ਆਪਾਂ ਵੀ ਸਾਨੂੰ ਹੁਣ ਇੰਨੇ ਰੁਪਏ ਚਾਹੀਦੇ ਆ। ਕੇਰਾਂ ਮੰਨ ਕੇ ਚੱਲੋ ਵੀ 20 ਰੁਪਈਆਂ ਦਾ ਸ਼ੇਅਰ ਹੈ ਜੀ। ਕੇਰਾਂ ਆਪਾਂ ਉਹ ਤੋਂ ਸ਼ੇਅਰ ਲੈਣ ਵੇਲੇ ਆਪਾਂ 7 ਰੁਪਏ ਲੈ ਲਏ, ਬਾਕੀ ਆਪਾਂ 5 ਦੀ ਕਾਲਡ ਅਪ ਵੈਲਿਊ ਹੈ ਜੀ, ਵੀ 6 ਮਹੀਨਿਆਂ ਬਾਅਦ ਜਾਂ ਜਦੋਂ ਵੀ ਕੰਪਨੀ ਨੂੰ ਲੋੜ ਪਊ ਅਸੀਂ ਤੁਹਾਨੂੰ ਕਾਲ ਕਰਾਂਗੇ। ਨੈਕਸਟ ਚੱਲਦੇ ਹਾਂ ਜੀ, ਦਾ ਮੈਕਸੀਮਮ ਮੈਂਬਰ ਆਫ ਅ ਪ੍ਰਾਈਵੇਟ ਕੰਪਨੀ। ਪ੍ਰਾਈਵੇਟ ਕੰਪਨੀ ਦੇ ਵਿੱਚ ਮੈਕਸੀਮਮ ਮੈਂਬਰ ਕਿੰਨੇ ਹੁੰਦੇ ਆ? 200 ਜੀ। ਇਹਦਾ ਆਨਸਰ ਹੈ ਜੀ 200। ਘੱਟ ਤੋਂ ਘੱਟ ਹੁੰਦੇ ਆ ਜੀ 2, ਜ਼ਿਆਦਾ ਤੋਂ ਜ਼ਿਆਦਾ ਹੁੰਦੇ ਆ ਜੀ 200। ਅਤੇ ਜਿਹੜੀ ਪਬਲਿਕ ਕੰਪਨੀ ਹੁੰਦੀ ਹੈ ਜੀ, ਉਹਦੇ ਘੱਟ ਤੋਂ ਘੱਟ ਹੁੰਦੇ 7, ਅਤੇ ਜ਼ਿਆਦਾ ਉਹਦੀ ਨੋ ਲਿਮਟ ਹੁੰਦੀ ਹੈ ਜੀ। ਮੈਕਸੀਮਮ ਨੋ ਲਿਮਟ ਹੈ ਜੀ 2013 ਦੇ ਐਕਟ ਮੁਤਾਬਕ। ਨੈਕਸਟ ਚੱਲਦੇ ਹਾਂ ਜੀ ਆਪਾਂ, ਕੈਪੀਟਲ ਆਫ ਅ ਕੰਪਨੀ ਇਜ਼ ਡਿਵਾਈਡਡ ਇਨ ਯੂਨਿਟਸ ਵਿਚ ਇਜ਼ ਕਾਲਡ। ਜੋ ਹੁੰਦੀ ਹੈ ਕੰਪਨੀ ਦੀ, ਉਹਨੂੰ ਡਿਵਾਈਡ ਕਰ ਦਿੱਤਾ ਜਾਂਦਾ ਜੀ ਯੂਨਿਟਾਂ ਦੇ ਵਿੱਚ। ਉਹ ਯੂਨਿਟ ਨੂੰ ਕੀ ਕਿਹਾ ਜਾਂਦਾ ਜੀ? ਸ਼ੇਅਰ ਕਿਹਾ ਜਾਂਦਾ ਜੀ। ਡੈਫੀਨੇਸ਼ਨ ਵੀ ਆਈ, ਜੇ ਸ਼ੇਅਰ ਦੀ ਡੈਫੀਨੇਸ਼ਨ ਆਈ ਵੀ ਵਟ ਇਜ਼ ਸ਼ੇਅਰ, ਤਾਂ ਉਹਦੀ ਆਪਾਂ ਡੈਫੀਨੇਸ਼ਨ ਵੀ ਲਿਖ ਸਕਦੇ ਹਾਂ ਜੀ। ਕੰਪਨੀ ਦੀਆਂ ਜਿਹੜੀ ਆ ਕੈਪੀਟਲ ਹੁੰਦੀ ਆ, ਉਹਨੂੰ ਡਿਵਾਈਡ ਕਰ ਦਿੰਦਾ ਯੂਨਿਟਸ ਦੇ ਵਿੱਚ, ਅਤੇ ਈਚ ਯੂਨਿਟ ਨੂੰ ਜਿਹੜਾ ਸ਼ੇਅਰ ਕਿਹਾ ਜਾਂਦਾ। ਨੈਕਸਟ ਚੱਲਦੇ ਜੀ ਆਪਾਂ, ਸ਼ੇਅਰ ਹੋਲਡਰਸ ਰਿਸੀਵ ਫਰਮ ਦਾ ਕੰਪਨੀ। ਜਿਹੜਾ ਸ਼ੇਅਰ ਹੋਲਡਰ ਆ ਉਹ ਕੰਪਨੀ ਤੋਂ ਕੀ ਰਿਸੀਵ ਕਰਦਾ ਜੀ? ਉਹ ਡਿਵੀਡੈਂਡ ਰਿਸੀਵ ਕਰਦਾ ਜੀ। ਨੈਕਸਟ ਚੱਲਦੇ ਜੀ ਆਪਾਂ, ਇਕੁਇਟੀ ਸ਼ੇਅਰਸ ਕੈਨ ਨੋਟ ਬੀ ਇਸ਼ੂਡ ਫਾਰ ਦਾ ਪਰਪਸ ਆਫ। ਇਕੁਇਟੀ ਸ਼ੇਅਰ ਜਿਹੜੇ ਹੁੰਦੇ ਹੈਗੇ ਉਹ ਕਿਹੜੇ ਪਰਪਸ ਲਈ ਇਸ਼ੂ ਨਹੀਂ ਕੀਤੇ ਜਾਂਦੇ? ਤਾਂ ਇਹਦਾ ਆਨਸਰ ਹੈ ਜੀ ਡਿਸਟਰੀਬਿਊਸ਼ਨ ਆਫ ਡਿਵੀਡੈਂਡ। ਵੀ ਡਿਵੀਡੈਂਡ ਨੂੰ ਡਿਸਟਰੀਬਿਊਟ ਕਰਨ ਦੇ ਪਰਪਸ ਵਿੱਚ ਉਹਨਾਂ ਨੂੰ ਨਹੀਂ ਇਸ਼ੂ ਕੀਤਾ ਜਾਂਦਾ ਜੀ। ਨੈਕਸਟ ਚੱਲਦੇ ਆਪਾਂ, ਅ ਕੰਪਨੀ ਮੇ ਇਸ਼ੂ ਡੈਸ਼। ਇਹਦਾ ਆਨਸਰ ਹੈ ਜੀ ਸੀ। ਜਿਹੜੀ ਕੰਪਨੀ ਆ ਉਹ ਇਕੁਇਟੀ ਅਤੇ ਪ੍ਰੈਫਰੈਂਸ ਸ਼ੇਅਰ ਦੋਨੀ ਜਿਹੜੇ ਕਿ ਇਸ਼ੂ ਕਰ ਸਕਦੀ ਆ। ਨੈਕਸਟ ਚੱਲਦੇ ਜੀ ਆਪਾਂ, ਅ ਕੰਪਨੀ ਕੈਨ ਨੋਟ ਇਸ਼ੂਡ ਰਿਡੀਮੇਬਲ ਇਕੁਇਟੀ ਸ਼ੇਅਰਸ। ਯੈਸ ਜੀ, ਬਿਲਕੁਲ ਇਹ ਆਨਸਰ ਹੈ ਜੀ ਇਹਦਾ। ਕੰਪਨੀ ਕਦੇ ਵੀ ਰਿਡੀਮੇਬਲ ਇਕੁਇਟੀ ਸ਼ੇਅਰਸ ਨੂੰ ਇਸ਼ੂ ਨਹੀਂ ਕਰ ਸਕਦੀ ਜੀ। ਟੂ ਹੂਮ ਡਿਵੀਡੈਂਟ ਇਜ਼ ਗਿਵਨ ਐਟ ਅ ਫਿਕਸ ਰੇਟ ਇਨ ਕੰਪਨੀ। ਡਿਵੀਡੈਂਟ ਜਿਹੜਾ ਹੁੰਦਾ ਗਾ ਫਿਕਸ ਰੇਟ 'ਤੇ ਕਿਹਨੂੰ ਦਿੱਤਾ ਜਾਂਦਾ ਕੰਪਨੀ ਦੇ ਵਿੱਚ? ਇਹਦਾ ਆਨਸਰ ਹੈ ਜੀ ਬੀ। ਤੁਹਾਨੂੰ ਉੱਪਰ ਦੱਸ ਕੇ ਹਟਿਆ ਵੀ ਇਹਨਾਂ ਨੂੰ ਫਿਕਸ ਰੇਸ਼ੋ ਦੇ ਵਿੱਚ ਦਿੱਤਾ ਜਾਂਦਾ ਜੀ ਡਿਵੀਡੈਂਟ। ਨੈਕਸਟ ਚੱਲਦੇ ਜੀ ਆਪਾਂ, ਪ੍ਰੈਫਰੈਂਸ ਸ਼ੇਅਰ ਹੋਲਡਰਸ ਹੈਵ। ਇਹਦਾ ਆਨਸਰ ਹੈ ਜੀ ਡੀ। ਪ੍ਰੈਫਰੈਂਟ ਸ਼ੇਅਰ ਹੋਲਡਰ ਨੂੰ ਹੱਕ ਹੁੰਦਾ ਜੀ ਡਿਵੀਡੈਂਟ ਦੇਣ ਦਾ ਅਤੇ ਰੀਪੇਮੈਂਟ ਆਫ ਕੈਪੀਟਲ ਦਾ ਲਿਕੁਇਡੇਸ਼ਨ ਦੇ ਟਾਈਮ 'ਤੇ। ਜੀ ਬਿਲਕੁਲ, ਲਿਕੁਇਡੇਸ਼ਨ ਦੇ ਟਾਈਮ 'ਤੇ ਜਦੋਂ ਕੰਪਨੀ ਬੰਦ ਹੁੰਦੀ ਆ ਉਦੋਂ ਪ੍ਰੈਫਰੈਂਸ ਸ਼ੇਅਰ ਹੋਲਡਰ ਹੁੰਦੇ ਆ ਜੀ, ਇਹਨਾਂ ਨੂੰ ਪਹਿਲਾਂ ਪੇਮੈਂਟ ਕੀਤਾ ਜਾਂਦਾ ਜੀ ਇਕੁਇਟੀ ਸ਼ੇਅਰਸ ਹੋਲਡਰ ਨਾਲੋਂ। ਸੋ ਅੱਜ ਦਾ ਸੈਸ਼ਨ ਹੁੰਦਾ ਜੀ ਇੱਥੇ ਹੀ ਖਤਮ। ਅੱਗੇ ਵਾਸਤੇ ਇੱਦਾਂ ਹੀ MCQ ਦੀ ਵੀਡੀਓਜ਼ ਦੇਖਣ ਲਈ ਕਰੋ ਚੈਨਲ ਨੂੰ ਸਬਸਕ੍ਰਾਈਬ।